ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਜਿਉ ਬੁਲਾਵੇ ਤਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰੱਥ। ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰੱਥ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ੇ। ਜਿੰਨੀਆਂ ਵੀ ਸੰਗਤਾਂ ਆਪ ਜੀ ਇਸ ਮਹਾਨ ਕੁੰਭ ਦਾ ਅਮੋਲਕ ਸਮੇਂ ਦਾ ਲਾਹਾ ਖੱਟ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਜੋ ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀਆਂ ਭਰ ਕਰਕੇ ਸਤਿਗੁਰਾਂ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਦੇ ਨਾਲ ਜੁੜ ਕਰਕੇ ਆਪਣਾ ਜੀਵਨ ਆਪਣੇ ਸਵਾਸਾਂ ਨੂੰ ਲੇਖੇ ਵਿੱਚ ਲਾ ਰਹੇ ਹੋ। ਸੋ ਪ੍ਰੇਮੀਓ, ਸਤਿਗੁਰਾਂ ਦੇ ਅਮੋਲਕ ਬਚਨਾਂ ਦੀ ਵਿਚਾਰ ਲੜੀਵਾਰ ਕਥਾ ਨਿਤਨੇਮ ਅਨੁਸਾਰ ਚੱਲ ਰਹੀ ਹੈ। ਇਹ ਮਿਹਰ ਹੈ ਮਾਲਕ ਦੀ। ਉਹ ਕਿਰਪਾ ਕਰਦੇ ਨੇ ਤਾਂ ਕਿਤੇ ਜਾ ਕੇ ਗੱਲ ਬਣਦੀ ਆ। ਸੁਣਨ ਦੇ ਚਾਹਵਣ ਤਾਂ ਹੀ ਕਥਾ ਹੁੰਦੀ ਹੈ। ਹੁਣ ਜਦ ਕੋਈ ਸਰੋਤਾ ਹੀ ਨਹੀਂ, ਕੌਣ ਸੁਣੂ? ਕਿਹਨੇ ਸੁਣਾਉਣਾ? ਨਹੀਂ, ਜ਼ਿਆਦਾਤਰ ਦੇਖੀ ਦਾ ਪਿੰਡਾਂ ਦੇ ਵਿੱਚ ਜੀ ਕਿ ਬਸ ਸਿਆਲ ਦੇ ਵਿੱਚ 2-3 ਮਹੀਨੇ ਲਾ ਲਓ, 4 ਮਹੀਨੇ ਹੱਦ ਕਥਾ ਹੁੰਦੀ ਆ।
ਬਾਕੀ ਨਹੀਂ ਹੁੰਦੀ। ਟਾਈਮ ਨਹੀਂ ਹੁੰਦਾ ਜੀ। ਭਾਵ ਲੋਕ ਜਿਹੜੇ ਨੇ ਸੁੱਖ ਸਹੂਲਤਾਂ 'ਚ ਜ਼ਿਆਦੇ ਪੈ ਗਏ, ਗੁਰੂ ਦੇ ਸਿਧਾਂਤ ਵੱਲ ਧਿਆਨ ਨਹੀਂ ਗਾ। ਇਹ ਦਾਤੇ ਦੀ ਚਲੋ ਉਹਨਾਂ ਦੀ ਇੱਛਾ ਹੈ, ਇਹ ਦਾਤੇ ਦੀ ਕਿਰਪਾ ਹੈ ਕਿ ਆਪਣੇ 12 ਮਹੀਨੇ 30 ਦਿਨ ਗੁਰੂ ਦੇ ਬਚਨਾਂ ਦੀ ਬੇਸ਼ੱਕ ਤਿਣਕਾ ਮਾਤਰ ਵਿਚਾਰ ਹੁੰਦੀ ਹੈ, ਉਹਨੇ ਮਿਹਰ ਕੀਤੀ ਆ। ਇਹ ਤਾਂ ਜੇ ਉਹਨੇ ਸੁਣਨ ਦੀ ਸ਼ਕਤੀ ਸਾਡੇ 'ਚ ਪਾਈ ਆ, ਭਾਵ ਮਨ ਕਰਦਾ ਹੈ ਗੁਰੂ ਦੇ ਬਚਨ ਕਥਾ ਵਿਚਾਰਾਂ ਸੁਣਨ ਨੂੰ, ਫਿਰ ਉਸ ਗੁਰੂ ਦੇ ਸਿਧਾਂਤ ਵੱਲ ਧਿਆਨ ਵੀ ਦਈਏ। ਗੁਰਬਾਣੀ ਦਾ ਸਿਧਾਂਤ, ਗੁਰਬਾਣੀ ਦੀ ਵਿਚਾਰ ਜਿਹੜੀ ਹੈ ਕੀ ਸਮਝਾਉਂਦੀ ਹੈ। ਆਓ ਜੀ ਆਪਣੀ ਵਿਚਾਰ ਤੇ ਪਿੱਛੇ ਜੋ ਵਿਚਾਰਿਆ ਸੀ ਆਪਾਂ ਕਿ ਜਿਨ੍ਹਾਂ ਨੇ ਗੁਰੂ ਦੇ ਵਚਨ ਕਮਾਉਣਾ ਨਹੀਂ ਕੀਤੇ, ਕੋਈ ਲਾਹਾ ਨਹੀਂ ਜਿਨ੍ਹਾਂ ਨੇ ਖੱਟਿਆ, ਉਹਨਾਂ ਦਾ ਜਨਮ ਜਿਹੜਾ ਸਾਰਾ ਬਿਰਥਾ ਚਲਾ ਜਾਂਦਾ ਹੈ। ਉਹ ਜਮਾਂ ਦੇ ਦਰਵਾਜ਼ੇ ਤੇ ਬੰਨ੍ਹ ਕੇ ਕੁੱਟੀਂਦੇ ਨੇ, ਮਾਰ ਪੈਂਦੀ ਹੈ ਕੂਕ ਨਾ ਸੁਣੈ ਪੁਕਾਰ, ਕੋਈ ਪੁਕਾਰ ਨਹੀਂ ਸੁਣਦਾ ਉਹਨਾਂ ਦੀ। ਆਹ ਸੰਸਾਰ ਦੇ ਵਿੱਚ ਵੀ ਉਹ ਕਲਪਦੇ ਨੇ। 4 ਜਿਹੜੀਆਂ ਭਿਆਨਕ ਅੱਗਾਂ ਚੱਲਦੀਆਂ ਨੇ ਨਾ ਅੰਦਰ ਹਰ ਇੱਕ ਬੰਦੇ ਦੇ, ਉਹ ਅੱਗਾਂ ਦੇ ਵਿੱਚ ਬੰਦਾ ਦਿਨ ਰਾਤ ਕਲਪਦਾ ਜੀ, ਮੱਚਦਾ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਐ ਕਰਮੀ ਲਗ। ਜਿਹੜਾ ਇਹਨਾਂ ਦੀ ਲਪੇਟ 'ਚ ਆ ਜਾਂਦਾ, ਮੱਚ ਜਾਂਦਾ। ਦੁਨਿਆਵੀ ਤੌਰ ਤੇ ਅੱਗ ਸਰੀਰ ਨੂੰ ਸਾੜ ਕੇ ਸਵਾਹ ਕਰਦੀ ਹੈ, ਪਰ ਇਹ ਜਿਹੜੀ ਅੰਦਰ ਦੀ 4 ਤਰ੍ਹਾਂ ਦੀ ਅੱਗ ਹੈ ਨਾ, ਉਹ ਰੋਜ਼ ਇਹ ਬੰਦੇ ਨੂੰ ਸਾੜਦੀ ਹੈ। ਕੂਕ ਨਾ ਸੁਣੈ ਪੁਕਾਰ, ਕ੍ਰੋਧ ਦੀ ਅੱਗ, ਕਾਮ ਦੀ ਅੱਗ, ਹਿੰਸਾ ਦੀ ਅੱਗ। ਤੇ ਮਹਾਰਾਜ ਜੀ ਕਹਿੰਦੇ ਬਿਰਥਾ ਜਨਮ ਗਵਾਇਆ, ਮਰ ਜੰਮੈ ਬਾਰੋ ਬਾਰ। ਫਿਰ ਐਸੇ ਪੁਰਖਾਂ ਦਾ ਆਪਣਾ ਮਨੁੱਖਾ ਜਨਮ ਜਿਹੜਾ, ਉਹ ਕਹਿੰਦੇ ਸਾਰਾ ਹੀ ਬਿਰਥਾ ਚਲਾ ਜਾਂਦਾ, ਗਵਾ ਲਿਆ ਉਹਨਾਂ ਨੇ। ਫਿਰ 84 ਦਾ ਗੇੜ ਜਿਹੜਾ ਉਹਨਾਂ ਨੂੰ ਮੁੜ ਮੁੜ ਕੇ ਪੈਂਦਾ, ਜੰਮਦੇ ਨੇ ਮਰਦੇ ਨੇ। ਅੱਜ ਦੇ ਬਚਨ ਸਤਿਗੁਰ ਕਹਿੰਦੇ ਜੀ, ਇਹੋ ਜਗ ਜਲਤਾ ਦੇਖ ਕੇ ਭਜ ਭਏ ਸਤਿਗੁਰ ਸ਼ਰਣਾ। ਇਹ ਸਾਰਾ ਸੰਸਾਰ ਤ੍ਰਿਸ਼ਨਾ ਦੀ ਅੱਗ, ਮਾਇਆ ਦੀ ਅੱਗ, ਕਾਲ ਦੀ ਅੱਗ ਇਹੀ ਨਹੀਂ। ਫਿਰ ਕਹਿੰਦੇ ਕਾਮ, ਕ੍ਰੋਧ, ਈਰਖਾ ਦੀ ਅੱਗ ਦੇ ਵਿੱਚ ਸੜਦਾ ਦੇਖ ਕੇ, ਸੜਦੇ ਨੇ ਲੋਕ ਇੱਕ ਦੂਜੇ ਤੋਂ। ਦੁਨਿਆਵੀ ਤੌਰ ਤੇ ਆਪਾਂ ਵੇਖਦੇ ਹਾਂ, ਸਕਾ ਭਾਈ ਸਕੇ ਭਾਈ ਤੇ ਨਹੀਂ ਰਾਜੀ, ਸੜੀ ਜਾਂਦਾ, ਮੱਚੀ ਜਾਂਦਾ। ਛੋਟਿਆਂ 'ਚ ਵੇਖੋ ਕਿੰਨਾ ਪ੍ਰੇਮ ਹੁੰਦਾ, ਬਚਪਨ 'ਚ ਭਰਾ ਨੂੰ ਵੇਖੇ ਬਿਨਾਂ ਸਾਹ ਨਹੀਂ ਮਿਲਦਾ। ਸਨੇਹ ਹੈ ਮਾਂ ਪਿਓ ਨਾਲ, ਭੈਣ ਭਰਾਵਾਂ ਨਾਲ। ਥੋੜ੍ਹੇ ਜਿਹੇ ਵੱਡੇ ਹੋਏ, ਪਦਾਰਥਾਂ 'ਚ ਪਏ, ਉੱਥੇ ਫਿਰ ਈਰਖਾ ਪੈਦਾ ਹੋ ਜਾਂਦੀ ਹੈ। ਦੂਜੇ ਨਾਲ ਤਾਂ ਕਰਨੀ ਬਹੁਤ ਸੌਖੀ ਹੈ। ਗੁਰਬਾਣੀ ਸਾਂਝੀ ਵਾਲਤਾ ਦਾ ਉਪਦੇਸ਼ ਬਖਸ਼ਦੀ ਆ। ਗੁਰਬਾਣੀ ਦਾ ਸਿਧਾਂਤ ਸਾਡੇ ਅੰਦਰ ਮਨਾਂ 'ਚ ਸਕੂਨ ਪੈਦਾ ਕਰਦਾ ਹੈ, ਪਰ ਗੁਰੂ ਦੀ ਬਾਣੀ ਅਪਣਾਏ ਨਾ ਬਿਨਾਂ, ਸਿਧਾਂਤ ਨਹੀਂ ਨਾ ਅਪਣਾਇਆ, ਉਹਦਾ ਕੋਈ ਫਾਇਦਾ ਨਹੀਂ। ਸਿੱਖੀ ਗੁਰੂ ਦੇ ਸਿਧਾਂਤ ਨੂੰ ਅਪਣਾਉਣ ਦੀ ਹੈ, ਨਾ ਕਿ ਪਹਿਰਾਵੇ ਦੀ।
ਮਹਾਰਾਜ ਕਹਿੰਦੇ ਕਾਮ ਕ੍ਰੋਧ ਈਰਖਾ ਦੀ ਅੱਗ ਵਿੱਚ ਸੜਦਾ ਵੇਖ ਕੇ ਗੁਰਸਿੱਖ ਜਿਹੜੇ ਨੇ ਨਾ, ਉਹ ਦੌੜ ਕੇ ਭੱਜ ਕੇ ਗੁਰੂ ਦੀ ਸ਼ਰਨ ਵਿੱਚ ਜਾਂਦੇ ਨੇ, ਗੁਰੂ ਚਰਨਾਂ 'ਚੋਂ ਬੇਨਤੀ ਕਰਦੇ ਨੇ। ਕਿਉਂਕਿ ਸਾਰਾ ਸੰਸਾਰ ਜਿਹੜਾ ਕਲਯੁਗ ਹੈ ਜੀ, ਇਹ ਈਰਖਾ ਦੀ ਅੱਗ, ਕ੍ਰੋਧ ਦੀ, ਕਾਮ ਦੀ ਅੱਗ। ਉੱਥੇ ਫਿਰ ਰਿਸ਼ਤੇ ਨਾਤੇ ਵੀ ਨਹੀਂ ਬੰਦਾ ਵਹਿੰਦਾ। ਵੇਖਦੇ ਆਪਾਂ, ਰਿਸ਼ਤੇ ਨਾਤੇ ਸਭ ਭੁੱਲ ਜਾਂਦਾ ਹੈ ਵੀ ਇਹ ਰਿਸ਼ਤੇ 'ਚ ਮੇਰੀ ਕਿੰਨੀ ਕੁ ਨੇੜਤਾ ਹੈ, ਕੀ ਰਿਸ਼ਤਾ ਹੈ। ਕਿਉਂਕਿ ਭਾਈ ਗੁਰਬਾਣੀ ਕਹਿੰਦੀ ਹੈ, ਸਿਮੇ ਕਾਮ ਨਾ ਪੁੱਛੈ ਜਾਤ, ਕਾਮ ਵਾਸਨਾ ਕਾਮ ਜਿਹੜਾ ਫਿਰ ਜਾਤ ਕੁਜਾਤ ਵੀ ਨਹੀਂ ਵੇਂਦਾ। ਆ ਵੇਖ ਕੇ ਨਾ ਸੰਸਾਰ ਨੂੰ ਭੱਜ ਪਏ ਸਤਿਗੁਰ ਸ਼ਰਣਾ, ਦੌੜ ਕੇ ਭੱਜ ਕੇ ਗੁਰਸਿੱਖ ਜਿਹੜੇ ਨੇ ਉਹ ਗੁਰੂ ਦੀ ਸ਼ਰਨ ਵਿੱਚ ਜਾਂਦੇ ਨੇ। ਧੰਨ ਨੇ ਉਹ ਗੁਰਸਿੱਖ ਜੋ ਭੱਜ ਕੇ ਵਿਕਾਰਾਂ ਦੀ ਅੱਗ ਦੇ ਵਿੱਚੋਂ ਬਚ ਜਾਂਦੇ ਨੇ। ਕਿਉਂਕਿ ਜਿਸ ਖਿਆਲਾਤ ਨੂੰ, ਜਿਸ ਬਿਰਤੀ ਨੂੰ, ਜਿਹੜੇ ਵੀ ਕੰਮ ਨੂੰ ਜ਼ਿਆਦਾ ਸਮਾਂ ਦੇਵਾਂਗੇ ਨਾ ਜੀ ਆਪਾਂ, ਸਾਡੇ ਅੰਦਰ ਉਦਾਂ ਦੇ ਹੀ ਖਿਆਲ ਪੈਦਾ ਹੋਣਗੇ। ਗੁਰਬਾਣੀ ਵਾਲਾ ਖਿਆਲ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਆ ਤਾਂ ਉਹ ਖਿਆਲ ਹੋਏਗਾ। ਇਹ ਥੋੜ੍ਹੀ 5-10 ਮਿੰਟ ਇੱਥੇ ਜੁੜ ਗਏ, ਬਾਕੀ ਫਿਰਦੇ ਨੇ ਕੀ ਕਰਦੇ ਆ, ਅੰਦਰ ਝਾਤੀ ਮਾਰੀਏ। ਪਰ ਗੁਰੂ ਦੇ ਸਿੱਖ ਜਿਹੜੇ ਨੇ ਉਹ ਭੱਜ ਕੇ ਗੁਰੂ ਚਰਨਾਂ 'ਚ ਜਾਂਦੇ ਨੇ, ਵਿਕਾਰਾਂ ਦੀ ਅੱਗ ਵਿੱਚੋਂ ਬਚ ਜਾਂਦੇ ਨੇ ਜੀ। ਉਹਨਾਂ ਦੀ ਲਪੇਟ 'ਚ ਨਹੀਂ ਆਉਂਦੇ। ਤੇ ਮਹਾਰਾਜ ਕਹਿੰਦੇ ਸਤਿਗੁਰ ਸੱਚ ਦ੍ਰਿੜਾਇਆ, ਸਦਾ ਸੱਚ ਸੰਜਮ ਰਹਿਣਾ। ਔਖਾ ਬੜਾ ਮਹਾਰਾਜ ਦਾ ਉਪਦੇਸ਼ ਸੁਣਨਾ, ਬਹਿ ਕੇ ਉਬਲਾ ਚੁਬਲੀ ਲੱਗ ਜਾਂਦੀ ਅੰਦਰ, ਡਰ ਲੱਗਦਾ। ਸੁਣਨ ਵਾਲਾ ਕੋਈ ਸੁਣਾਉਣ ਵਾਲਾ ਜਿਹੜਾ ਮਰਜੀ ਆ। ਮਹਾਰਾਜ ਜੀ ਕਹਿੰਦੇ ਉਹਨਾਂ ਤੇ ਕਿਰਪਾ ਸੱਚਾ ਗੁਰੂ, ਭਾਵ ਸੱਚਾ ਨਾਮ ਪੱਕਾ ਕਰਵਾ ਦਿੰਦਾ ਗੁਰੂ ਅੰਦਰ, ਚੰਗੀ ਤਰ੍ਹਾਂ ਰਟਾ ਦੇਣਾ, ਭਾਵ ਦ੍ਰਿੜ ਕਰਾ ਦੇਣਾ। ਟੀਚਰ ਜਿਹੜੇ ਨੇ ਨਾ, ਟੀਚਰ ਅੱਜ ਕੱਲ੍ਹ ਵਾਲਾ ਤਾਂ ਸਿਸਟਮ ਬਸ ਰੱਬ ਰੱਬ ਹੈ, ਰਾਮ ਰਾਮ ਹੈ। ਦੁੱਖ ਦੀ ਗੱਲ ਆ, ਕੋਈ ਪੜ੍ਹਾਈਆਂ ਨਹੀਂ ਸਕੂਲਾਂ 'ਚ ਜੀ, ਨਾ ਤਾਂ ਪੜ੍ਹਨ ਵਾਲੇ ਰਹੇ ਨੇ ਨਾ ਪੜ੍ਹਾਉਣ ਵਾਲੇ ਰਹੇ। ਪਹਿਲਾਂ ਪੁੱਠੇ ਪਹਾੜੇ, ਅੱਜ ਕੱਲ੍ਹ ਨਾ ਪਹਾੜਿਆਂ ਦਾ ਪਤਾ ਨਹੀਂ ਵੀ ਪਹਾੜੇ ਹੁੰਦੇ ਕੀ ਨੇ। ਟੇਬਲ ਕਹਿੰਦੇ ਨੇ ਅੱਜ ਕੱਲ੍ਹ ਦੇ ਵਿੱਚ, ਟੇਬਲ ਜੀ। ਸਿੱਧੇ ਨਹੀਂ ਆਉਂਦੇ, ਪੁੱਠੇ ਆਉਣ ਦੀ ਤਾਂ ਬਹੁਤ ਦੂਰ ਦੀ ਗੱਲ ਆ। ਪੁੱਠੇ ਪਹਾੜੇ ਸੁਣਦੇ ਸਨ, ਭਾਵ ਪ੍ਰੋਪਰ ਟੀਚਰ ਉਹ ਬੱਚਿਆਂ ਨੂੰ ਦ੍ਰਿੜ ਕਰਵਾ ਦਿੰਦੇ, ਚੰਗੀ ਤਰ੍ਹਾਂ ਉਹ ਲੈਸਨ ਪਾਠ ਜਿਹੜੀ ਵੀ ਪੜ੍ਹਾਈ ਕਰਾਉਂਦੇ ਪੱਕੀ ਭੁੱਲਦੇ ਨਹੀਂ ਸੀ। ਅੱਜ ਜਿਹੜੇ ਪੁਰਾਣੇ ਨੇ ਨਾ, ਪੁਰਾਣੇ ਪੜ੍ਹੇ ਲਿਖੇ, ਉਹ ਉਂਗਲਾਂ 'ਤੇ ਹੀ ਗਿਣ ਦਿੰਦੇ ਨੇ ਸਭ ਕੁਛ, ਹਿਸਾਬ ਕਿਤਾਬ ਮਿੰਟਾਂ ਸਕਿੰਟਾਂ 'ਚ ਦਿਮਾਗ ਦੇ ਵਿੱਚ ਹੀ। ਕਿਉਂਕਿ ਉਹਨਾਂ ਨੂੰ ਇੱਦਾਂ ਇਸ ਤਰੀਕੇ ਨਾਲ ਦ੍ਰਿੜ ਕਰਵਾਇਆ ਹੋਇਆ ਟੀਚਰਾਂ ਨੇ ਕਿ ਮਾਰ ਨਹੀਂ ਖਾਊਗਾ, ਚੰਗਾ ਉਸਤਾਦ ਦਾ ਚੰਡਿਆ ਹੋਇਆ। ਤੇ ਅੱਜ ਕੱਲ੍ਹ ਦੇਖ ਕੇ ਨਹੀਂ ਪੜ੍ਹ ਸਕਦਾ ਬੱਚਾ। ਸਾਡੇ ਜਵਾਕ ਤਾਂ ਪੰਜਾਬੀ ਭੁੱਲ ਗਏ, ਪੰਜਾਬੀ ਨਹੀਂ ਆਉਂਦੀ। ਜਿਵੇਂ 25 30 45 80 81 82 ਆਹ ਚੀਜ਼ਾਂ ਪਤਾ ਨਹੀਂ ਬੱਚਿਆਂ ਨੂੰ ਅੱਜ ਕੱਲ੍ਹ। ਪੜ੍ਹਾਈ ਪੁੱਠੀ ਹੈ। ਚਲੋ ਉਧਰ ਨਾ ਜਾਈਏ। ਟੀਚਰ ਬੱਚਿਆਂ ਨੂੰ ਦ੍ਰਿੜ ਕਰਵਾ ਦਿੰਦਾ ਪੱਕਾ ਲੈਸਨ ਪਾਠ। ਇਸੇ ਤਰ੍ਹਾਂ ਗੁਰੂ ਜੋ ਸਿਧਾਂਤ ਹੈ ਨਾ ਬਾਣੀ ਦਾ, ਪਰਮੇਸ਼ਰ ਦਾ ਨਿਯਮ ਜਿਹੜਾ ਹੈ,
ਸੱਚਾ ਨਾਮ ਜਿਹੜਾ ਹੈ ਉਹ ਗੁਰੂ ਦ੍ਰਿੜ ਕਰਵਾਉਂਦਾ, ਪੱਕਾ ਅੰਦਰ ਚੰਗੀ ਤਰ੍ਹਾਂ ਵਸਾ ਦਿੰਦਾ, ਫਿਰ ਭੁੱਲਦਾ ਨਹੀਂ ਗਾ। ਮਹਾਰਾਜ ਜੀ ਕਹਿੰਦੇ ਆ ਜੀ, ਗੁਰੂ ਨਾਨਕ ਹਰ ਨਾਮ ਦ੍ਰਿੜਾਇਆ, ਭੰਨਣ ਘੜਨ ਸਮਰੱਥ। ਉਹ ਸਦਾ ਸੱਚ ਬੋਲਦੇ ਨੇ ਜੀ। ਇਹ ਨਿਸ਼ਾਨੀਆਂ ਨੇ ਗੁਰਸਿੱਖਾਂ ਦੀਆਂ, ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਅਪਣਾ ਲਿਆ। ਹੁਣ ਨਾਲ ਨਾਲ ਆਪਣੇ ਆਪ ਨੂੰ ਮਿਲਾਉਂਦੇ ਚੱਲੀਏ। ਇਹੀ ਨਾ ਸੋਚਾਂ ਮੈਂ ਕਿ ਜਿਹੜੇ ਸੁਣਦੇ ਨੇ ਗੁਰਬਾਣੀ ਉਹਨਾਂ ਨੂੰ ਇਹ ਕਹਿੰਦੀ ਆ, ਤਾਂ ਸੁਣਨ ਵਾਲੇ ਇਹੀ ਨਾ ਸੋਚਣ ਵੀ ਜਿਹੜਾ ਪੜ੍ਹਦਾ, ਜਿਹੜਾ ਸੁਣਾਉਂਦਾ ਉਸੇ ਨੂੰ ਆ, ਸਾਨੂੰ ਕੀ ਆ, ਜਾਂ ਦੂਜਾ ਹੈ। ਉਹ ਨਿਸ਼ਾਨੀ ਹੈ ਗੁਰੂ ਚਰਨਾਂ 'ਚ ਜਾਣ ਵਾਲਿਆਂ ਦੀ, ਗੁਰੂ ਦੇ ਸਿਧਾਂਤ ਨੂੰ ਅਪਣਾਉਣ ਵਾਲਿਆਂ ਦੀ। ਉਹ ਸਦਾ ਹੀ ਸੱਚ ਬੋਲਦੇ ਨੇ ਜੀ। ਸੱਚ ਬੋਲਣਾ ਭਾਵ ਸੱਚ ਤੇ ਪਹਿਰਾ ਦੇਣਾ, ਜਿਹਦੇ ਨਾਲ ਕੋਈ ਰੋਗ ਨਾ ਪੈਦਾ ਹੋਵੇ। ਸਦਾ ਸੱਚ ਸੰਜਮ ਰਹਿਣਾ। ਉਹ ਸਦਾ ਹੀ ਨਿਯਮ ਰੱਖਦੇ ਨੇ, ਸੰਜਮ ਰੱਖਦੇ ਨੇ। ਇਹ ਸੰਜਮ ਰੱਖਦੇ ਨੇ, ਕਿਸੇ ਝੂਠ ਨਹੀਂ ਬੋਲਣਾ, ਜੋ ਮਰਜ਼ੀ ਹੋ ਜੇ। ਤੇ ਇੱਥੇ ਤਾਂ ਬੰਦਾ ਸਾਹਮਣੇ ਗਲਤੀ ਕਰਕੇ ਮੁੱਕਰ ਜਾਂਦਾ। ਝੂਠ ਭਾਈ, ਝੂਠ ਦੀ ਉਮਰ ਥੋੜ੍ਹੀ ਹੁੰਦੀ ਆ। ਅੱਜ ਨਹੀਂ ਤਾਂ ਕੱਲ ਨੰਗਾ ਹੋਏ ਜਾਣਾ ਉਹਨੇ। ਬਾਪੂ ਕਹਿੰਦਾ ਸੱਤੀ ਪਾਪ ਕਰਕੇ ਸੱਤ ਕਮਾਏ। ਮੇਰੇ ਵਰਗਾ 3700 ਪਾਪ ਕਰਦਾ ਦਿਨ ਵਿੱਚ ਦੀ, ਤੇ ਕਹਿਣਾ ਮੈਂ ਸੱਚ ਕਮਾਉਣਾ। ਗੁਰਬਾਣੀ ਦਾ ਸਿਧਾਂਤ ਜਿਹੜਾ ਸੱਚ ਦੇ ਧਾਰਨੀ ਬਣੀਏ, ਉਹਨਾਂ ਦਾ ਇਹ ਨਿਯਮ ਹੁੰਦਾ ਹੈ, ਸੰਜਮ ਹੁੰਦਾ ਹੈ ਕਿ ਕਦੇ ਝੂਠ ਨਹੀਂ ਬੋਲਣਾ, ਕਦੇ ਵੀ ਸੱਚ ਬੋਲੀਏ, ਸੁਖੀ ਰਵਾਂਗੇ। ਇੱਕ ਝੂਠ ਬੋਲਿਆ ਉਹਦੇ ਨਾਲ ਹੋਰ ਪਤਾ ਨਹੀਂ ਕਿੰਨੇ ਕੁ ਬੋਲਣੇ ਪੈਣਗੇ। ਨਾਲੇ ਅੱਜ ਕੱਲ੍ਹ ਤਾਂ ਜ਼ਿਆਦਾ ਹੀ ਆ। ਆ ਫੋਨਾਂ ਤੇ ਮੇਰੇ ਵਰਗਾ ਵੀ ਏਦਾਂ ਹੀ ਚੱਲੀ ਜਾਂਦਾ, ਬੈਠਿਆ ਕਿਤੇ ਹੋਰ ਹੁੰਦਾ, ਦੱਸਣਾ ਕਿਤੇ ਹੋਰ ਹੁੰਦਾ। ਪਰ ਗੁਰਸਿੱਖਾਂ ਦਾ ਨਿਯਮ ਹੁੰਦਾ ਹੈ, ਉਹ ਕਦੇ ਵੀ ਝੂਠ ਨਹੀਂ ਬੋਲਦੇ, ਸਦਾ ਸੰਜਮ ਕੀਏ ਸਾਧਨਾ ਵਿੱਚ ਰਹਿੰਦੇ ਨੇ। ਸਾਧਨਾ ਉਸ ਪਰਮੇਸ਼ਰ ਦਾ ਆਰਾਧਨ ਉਹਨਾਂ ਦੇ ਅੰਦਰ ਹਰ ਟਾਈਮ ਚੱਲਦਾ ਹੈ। ਹਮੇਸ਼ਾ ਲਈ ਉਹ ਆਪਣੇ ਆ ਇੰਦਰੀਆਂ ਦਾ ਦਮਨ ਕਰ ਲੈਂਦੇ ਨੇ। ਇੰਦਰੀਆਂ ਦਾ ਦਮਨ ਭਾਵ ਕਿ ਵਿਸ਼ਿਆਂ ਵੱਲੋਂ ਰੋਕ ਕੇ ਸੰਜਮ ਵਿੱਚ ਰਹਿੰਦੇ ਨੇ। ਕਦੇ ਝੂਠ ਪੁਰਸ਼ਾਂ ਦੀ ਸੰਗਤ ਨਹੀਂ ਕਰਦੇ। ਇੰਦਰੀਆਂ ਦਾ ਦਮਨ, ਜੋ ਸਾਡੇ ਅੰਦਰ ਸੰਕਲਪ ਵਿਕਲਪ ਪੈਦਾ ਹੁੰਦੇ ਹਨ, ਸੋਚਾਂ ਵਿਚਾਰਾਂ, ਮਾੜੇ ਖਿਆਲ ਕਹਿ ਲਈਏ, ਮਾੜੀਆਂ ਬਿਰਤੀਆਂ, ਕਿਸੇ ਬਾਰੇ ਸੋਚੀ ਜਾਣਾ, ਅੰਦਰ ਹੀ ਅੰਦਰ ਕਲਪੀ ਜਾਣਾ, ਆਹ ਚੀਜ਼ ਖਤਮ ਹੋ ਜਾਂਦੀ ਹੈ ਜਦੋਂ ਗੁਰੂ ਕਿਰਪਾ ਕਰ ਦਿੰਦਾ। ਕਿਉਂਕਿ ਕਰ ਕਿਰਪਾ ਮਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ, ਬੋਲਿਆ ਕਰੋ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਗੁਰੂ ਅੰਦਰੋਂ ਬੁਰੇ ਕਰਮ ਖਤਮ ਕਰ ਦਿੰਦਾ ਹੈ। ਭਾਵ ਕਿ ਗੁਰੂ ਨੇ ਕਿਤੇ ਸਾਨੂੰ ਬਾਂਹ ਫੜ ਕੇ ਨਹੀਂ ਖਿੱਚ ਕੇ ਲੈ ਕੇ ਜਾਣਾ ਵੀ ਇੱਧਰ ਨੂੰ ਆ ਜਾ। ਉਹਨੇ ਬਸ ਸਾਡੀ ਸੋਚ ਬਦਲਣੀ ਹੈ। ਗੁਰੂ ਦੀ ਬਾਣੀ ਸਾਡੀ ਵਿਚਾਰਧਾਰਾ ਬਦਲ ਦੂ। ਸਾਡਾ ਸੰਸਾਰ 'ਚ ਰਹਿਣ ਦਾ ਤਰੀਕਾ ਬਦਲ ਜੂਗਾ। ਸੋਚਣ ਦਾ, ਬੋਲਣ ਦਾ, ਬਹਿਣ ਦਾ, ਉੱਠਣ ਖਾਣ ਪੈਣ ਸਭ ਕੁਛ ਚੇਂਜ ਹੋ ਜੂ। ਇੱਦਾਂ ਦਾ ਬਣ ਜਾਣਾ ਕਿ ਕਿਸੇ ਨੂੰ ਦੇਖ ਕੇ ਕੋਈ ਉਪੱਤੀ ਨਹੀਂ ਰਹੇਗੀ। ਭਾਵ ਕੋਈ ਡਿਸਟਰਬਿੰਗ ਨਹੀਂ ਹੋਏਗੀ, ਮਾੜੇ ਖਿਆਲਾਤ ਨਹੀਂ ਪੈਦਾ ਹੋਣਗੇ। ਉਹਨਾਂ ਨੇ ਆਪਣੇ ਮਨ ਨੂੰ, ਇੰਦਰੀਆਂ ਨੂੰ ਦਮਨ ਕਰ ਲਿਆ ਵਿਸ਼ਿਆਂ ਵੱਲੋਂ। ਮਾੜੀ ਬਿਰਤੀ ਖਿਆਲਾਤ ਕਦੇ ਪੈਦਾ ਨਹੀਂ ਹੋਣਗੇ। ਕਦੇ ਉਹ ਝੂਠਿਆਂ ਦੀ ਸੰਗਤ ਨਹੀਂ ਕਰਨਗੇ। ਆਪਾਂ ਨੂੰ ਪਤਾ ਵੀ ਇਹ ਬੰਦਾ ਝੂਠ ਬੋਲਦਾ, ਉਹ ਤੋਂ ਦੂਰ ਜਾਏਗਾ। ਪਿਛਲੇ ਜਿਹੜੇ ਸਮੇਂ ਸੇ ਨਾ, ਪਿਛਲੇ
ਸਿਆਣੇ ਕਹਿੰਦੇ ਹੁੰਦੇ ਸੀ, ਉਹ ਮੁੰਡਿਆ ਇਹਦੇ ਕੋਲ ਨਾ ਜਾਈ, ਇਹ ਨਾਰਦ ਹੈ। ਕਹਿੰਦੇ ਸੀ ਨਾ ਜੀ ਸਿਆਣੇ। ਕਈ ਬੰਦੇ ਹੁੰਦੇ ਸਨ ਐਸੇ, ਇੱਕ ਪਾਸੇ ਲਾਈ ਇੱਕ ਪਾਸੇ ਬੁਝਾਈ। ਸਿਆਣੇ ਕਹਿੰਦੇ ਸਨ ਵੇ ਉਹ ਫਲਾਣੇ ਬੰਦੇ ਕੋਲ ਨਾ ਜਾਈ ਮੁੰਡਿਆ, ਉਹ ਨਾਰਦ ਹੈ, ਇੱਕ ਪਾਸੇ ਲਾਉਂਦਾ ਦੂਜੇ ਪਾਸੇ ਬੁਝਾਉਂਦਾ। ਇਹ ਸਾਣਿਆਂ ਦੀ ਕਹਾਵਤ। ਪਰ ਅੱਜ ਕੱਲ੍ਹ ਜਿਹੜਾ ਨਾ ਅੱਜ ਕੱਲ੍ਹ ਦਾ ਨਾਰਦ ਤਰੱਕੀ ਕਰ ਗਿਆ। ਉਹ ਇੱਕ ਪਾਸੇ ਲਾਊ ਬੁਝਾਊ ਨਹੀਂ, ਦੋਏ ਪਾਸੇ ਲਾਊ। ਚੱਲਦਾ ਨਹੀਂ ਜਦ ਦੁਨੀਆ 'ਚ ਕੰਮ, ਉਹ ਦੋਏ ਪਾਸੇ ਲਾਉਣੀ ਆ ਉਹਨੇ ਗੱਲ। ਪਰ ਗੁਰੂ ਦਾ ਪਿਆਰਾ ਜਿਹੜਾ ਗੁਰਮੁਖ, ਉਹ ਕਦੇ ਝੂਠਿਆਂ ਦੀ ਸੰਗਤ 'ਚ ਨਹੀਂ ਜਾਂਦਾ। ਆਪਾਂ ਨੂੰ ਪਤਾ ਵੀ ਇਹ ਬੰਦਾ ਗਲਤ ਹੈ, ਪਾਸਾ ਵੱਟ ਲਓ। ਸਾਰੀ ਆਪਾਂ ਬਾਣੀ ਦੀ ਹੀ ਵਿਚਾਰ ਕਰਨੇ ਆ, ਕਿਸੇ ਨੂੰ ਚੰਗੀ ਲੱਗੇ ਜਾਂ ਨਾ ਲੱਗੇ। ਚੌਂਕੀਦਾਰ ਦਾ ਕੰਮ ਹੋਕਾ ਦੇਣਾ। ਬਾਣੀ ਕਹਿੰਦੀ ਹੈ ਮਿਲੈ ਸੰਤ ਕਿਸ ਸੁਣੀਐ ਕਹੀਐ। ਰੱਬ ਦਾ ਪਿਆਰਾ ਮਿਲਦਾ ਨਾ ਜੀ ਕੋਈ, ਗੁਰੂ ਦੀ ਗੱਲ ਸੁਣੋ ਸੁਣਾਓ। ਤੇ ਮਿਲੈ ਅਸੰਤ ਮਸਟ ਕਰ ਰਹੀ ਹੈ, ਭੱਜੋ ਕਿੱਧਰ ਭੱਜਾਂਗੇ। ਹੁਣ ਕੋਈ ਉਹੀ ਕਲਪੀ ਜਾਵੇ ਅਗਲੇ ਦੀ ਮਰਜ਼ੀ। ਬਾਣੀ ਕਹਿੰਦੀ ਹੈ ਕੋਈ ਰੱਬ ਦਾ ਪਿਆਰਾ ਮਿਲਦਾ, ਰੱਬ ਰੱਬ ਕਰੋ ਕਰੋ ਕਰਾਓ, ਕਿਉਂਕਿ ਆਪ ਜਪੈ ਅਬਰੈ ਨਾਮ ਜਪਾਵੈ। ਉਹ ਆਪ ਵੀ ਜਪਦੇ ਨੇ, ਦੂਜਿਆਂ ਨੂੰ ਵੀ ਜਪਾਉਂਦੇ ਨੇ। ਰੋਜ਼ ਮੰਗਦੇ ਆ ਸੌਖੇ ਸ਼ਬਦਾਂ 'ਚ ਆਪਾਂ ਕਿ ਮਹਾਰਾਜ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ। ਗੱਜ ਕੇ ਬੋਲਿਆ ਕਰੋ, ਇਹ ਤਾਂ ਸੌਖੀ ਹੈ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿਤਾਵੇ। ਮੰਗਦੇ ਆ ਨਾ ਜੀ ਰੋਜ਼, ਅੰਮ੍ਰਿਤ ਵੇਲੇ ਮੰਗ ਲਿਆ, ਦਿਨ ਵਿੱਚ ਦੀ ਵੇਖੋ ਵੀ ਕਿਹਦੀ ਸੰਗਤ ਆ। ਉਹ ਕਹਿੰਦੇ ਕਦੇ ਝੂਠਿਆਂ ਦੀ ਸੰਗਤ ਨਹੀਂ। ਮਿਲੈ ਸੰਤ ਮਸਟ ਕਰ ਰਹੀ ਹੈ। ਜਿੱਥੇ ਕੋਈ ਮੂਰਖ ਬੰਦਾ ਮਿਲਦਾ ਉੱਥੇ ਪਾਸਾ ਵੱਟ ਲਓ, ਉੱਥੇ ਬੋਲਣ ਦੀ ਲੋੜ ਨਹੀਂ। ਮੂਰਖ ਹੈ ਨਾਲ ਨਾ ਲੂਝੀ ਹੈ, ਕਦੇ ਵੀ ਉਹਦੇ ਨਾਲ ਲੂਝਣ ਦੀ ਜੂਝਣ ਦੀ ਲੋੜ ਨਹੀਂ। ਕਿਉਂਕਿ ਉਹਦੇ ਵਿੱਚ ਉਹ ਟੌਣਕੇ ਨਹੀਂ, ਉਹਦੇ ਵਿੱਚ ਪੁਰਜੇ ਹੀ ਨਹੀਂ, ਉਹ ਸਿਸਟਮ ਹੀ ਨਹੀਂ ਜਿਹੜਾ ਤੁਹਾਡੀ ਗੱਲ ਨੂੰ ਪਕੜ ਲੇ। ਜਿਹਦੇ ਕੋਲ ਉਹ ਸਮਝੇ ਨਹੀਂ, ਫਿਰ ਉਹਦੇ ਨਾਲ ਐਵੇਂ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ। ਜਿਹਨੇ ਸਮਝਣੀ, ਜਿਹਨੇ ਉਲਟੇ ਚੱਲਣਾ। ਤੁਸੀਂ ਲੱਖ ਸਹੀ ਗੱਲ ਕਹੋ, ਲੱਖ ਗੁਰਬਾਣੀ ਦਾ ਸਿਧਾਂਤ ਦੱਸੋ, ਪਰ ਉਹਨੇ ਤਰਕਵਾਦੀਏ ਚੱਲਣਾ। ਤਰਕ ਕਿੰਤੂ ਪਰੰਤੂ। ਕਿਉਂਕਿ ਸਾਰਾ ਉਪਦੇਸ਼ ਪੜ੍ਹਿਆ ਸੁਣਿਆ ਨਹੀਂ ਹੁੰਦਾ, ਗੁਰਬਾਣੀ ਦੇ ਅੰਦਰ ਉਤਰੇ ਨਹੀਂ। ਫਿਰ ਕਿੰਤੂ ਪਰੰਤੂ ਪੈਦਾ ਹੋਣਗੇ। ਸਭ ਦੇ ਹੁੰਦੇ ਨੇ, ਮੇਰੇ ਵੀ ਹੁੰਦੇ ਨੇ। ਕਈ ਵਾਰ ਹੋ ਜਾਂਦਾ ਕਿੰਤੂ ਪਰੰਤੂ, ਤਰਕ ਖੜਾ ਅੰਦਰ, ਸਵਾਲ ਪੈਦਾ ਹੋ ਜਾਂਦਾ ਵੀ ਆਹ ਕਿਵੇਂ ਹੋ ਸਕਦਾ ਹੈ। ਉਹਦਾ ਜਵਾਬ ਸਾਨੂੰ ਮਿਲੂ ਗੁਰਬਾਣੀ ਚੋਂ। ਰੋਜ਼ ਖੋਜਾਂਗੇ ਨਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਖੋਜਣਾ ਪੈਣਾ ਹੈ ਅਸਲ ਦੇ ਵਿੱਚ ਸਿਧਾਂਤ ਕੀ ਹੈ। ਝੂਠਿਆਂ ਦੀ ਸੰਗਤ ਨਹੀਂ ਕਰਨਗੇ। ਤੇ ਮਹਾਰਾਜ ਕਹਿੰਦੇ ਨੇ ਸਤਿਗੁਰ ਸੱਚਾ ਹੈ ਬੋਹਿ ਥਾ, ਸਭ ਦੇ ਭਵਜਲ ਤਰਨਾ। ਸਤਿਗੁਰੂ ਸੱਚੇ ਪਾਤਸ਼ਾਹ ਦਾ ਗਿਆਨ ਜਿਹੜਾ ਨਾ ਜਹਾਜ਼ ਹੈ। ਗੁਰੂ ਸਾਹਿਬ ਦਾ ਗਿਆਨ ਉਪਦੇਸ਼ ਗੁਰਬਾਣੀ ਜਹਾਜ਼ ਹੈ। ਜਿਵੇਂ ਜਿਹੜੇ ਪਹਿਲਾਂ ਜਹਾਜ਼ ਹੁੰਦੇ ਸਨ ਜੀ, ਪਹਿਲਾਂ ਉਹ ਜਦੋਂ ਜਿਸ ਪਾਸਿਓਂ ਹਵਾ ਆਉਂਦੀ ਉਸ ਪਾਸੇ ਚਾਦਰਾਂ ਬੰਨੀਆਂ ਜਾਂਦੀਆਂ ਸਨ, ਪਾਣੀ 'ਚ, ਬੇੜੀਆਂ ਤੇ, ਜਹਾਜ਼ਾਂ ਤੇ ਜਹਾਜ਼ ਚੱਲ ਪੈਂਦੇ ਸਨ। ਉਹ ਹਵਾ ਦੀ ਉਡੀਕ ਕਰਦੇ ਸਨ, ਕਦੋਂ ਹਵਾ ਆਏਗੀ। ਜਹਾਜ਼ ਤੇ ਚਾਦਰ ਬੰਨੀ, ਕੱਪੜਾ ਵੱਡਾ ਸਾਰਾ, ਉਹ ਫਿਰ ਉਹਦੇ ਵਿੱਚ ਭਰ ਜਾਂਦਾ ਹਵਾ, ਉਹ ਫਿਰ ਉਹਨੂੰ ਖਿੱਚ ਕੇ ਲੈ ਜਾਂਦਾ ਸੀ ਹਵਾ ਜਿਹੜੀ ਆ। ਪਰ ਅੱਜ ਕੱਲ੍ਹ ਦੇ ਜਿਹੜੇ ਨੇ ਉਹ ਇੰਜਨ ਵਾਲੇ ਨੇ, ਜਿਹੜੇ ਉਹ ਸਨ ਪਿਛਲੇ, ਉਹਨਾਂ ਨੂੰ ਅਨੁਕੂਲੀ ਹਵਾ ਕਹਿੰਦੇ ਸਨ। ਅਨੁਕੂਲੀ ਹਵਾ ਵੀ ਇੱਧਰ ਆਹ ਦਿਸ਼ਾ ਦੇ ਅਨੁਕੂਲ ਹਵਾ ਆ ਗਈ, ਅਨੁਕੂਲੀ ਹਵਾ। ਜਿੰਨਾ ਤੱਕ ਉਹ ਹਵਾ ਨਹੀਂ ਸੀ ਚੱਲਦੀ, ਜਹਾਜ਼ ਨਹੀਂ ਸੀ ਚੱਲਦੇ। ਉਲਟ ਦਿਸ਼ਾ ਵਿੱਚ ਹਵਾ ਚੱਲੀ ਜਾਂਦੀ, ਜਹਾਜ਼ ਖੜਿਆ ਰਹਿੰਦਾ ਉੱਥੇ। ਤੇ ਜਦੋਂ ਆ ਜਾਂਦੀ ਆਪਣੇ ਅਨੁਕੂਲ ਵੀ ਇਹ ਸਮਾਂ, ਇਹ ਹਵਾ, ਇਹ ਕੰਮ ਮੇਰੇ ਅਨੁਕੂਲ ਹੈ, ਤਾਂ ਚੱਲਦਾ। ਇਹਨਾਂ ਵਿੱਚ ਟਿਕਟ ਦੀ ਲੋੜ ਪੈਂਦੀ ਹੈ ਜਿਹੜੇ ਅੱਜ ਦੇ ਜਹਾਜ਼ ਨੇ। ਇਉਂ ਗੁਰੂ ਸਾਹਿਬ ਜੀ ਦੀ ਜੋ ਕਿਰਪਾ ਭਾਵ ਸ਼ਬਦ ਜਿਹੜੇ ਨੇ
ਉਪਦੇਸ਼ ਜਿਹੜਾ ਹੈ ਉਹ ਟਿਕਟ ਹੈ। ਭਵਜਲ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰ। ਗੁਰੂ ਪਾਰ ਲੰਘਾਉਂਦਾ ਜਿਹੜੇ ਸ਼ਰਧਾ ਨਾਲ ਸਿਮਰਦੇ ਨੇ। ਇਹਦੇ ਅੰਦਰ ਸ਼ਰਧਾ ਹੀ ਨਹੀਂ ਪੈਦਾ ਹੋਈ ਗੁਰਮੁਖੋ, ਉਹ ਕਿਆ ਹੋਣਾ ਹੈ ਕਿ ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਬਿਨਾਂ ਗੁਰਬਾਣੀ ਦੇ ਸਿਧਾਂਤ ਤੋਂ ਜੀਵਨ ਰੂਪੀ ਬੇੜਾ ਜਿਹੜਾ ਹੈ ਡੁੱਬਣਾ ਹੈ, ਪਾਰ ਨਹੀਂ ਲੰਘੇਗਾ, ਡੁੱਬ ਜਾਣਾ ਹੈ। ਗੁਰੂ ਦੇ ਚਰਨਾਂ 'ਚ ਰੋਜ਼ ਆਈਂਦਾ ਹੈ ਤਾਂ ਸਿਧਾਂਤ ਅਪਣਾਈਏ ਤੇ ਪਾਰ ਲੰਘੀਏ। ਦੇਖੋ ਜੀ, ਆ ਜਿੰਨਾ ਵੀ ਸਿਸਟਮ ਆ ਸਾਰਾ ਆਲੇ ਦੁਆਲੇ ਪਾਰਕ, ਹੋਰ ਲੰਗਰ ਹਾਲ, ਜਿੰਨਾ ਵੀ ਸਿਸਟਮ ਬਣ ਰਿਹਾ ਕਿਹਦੇ ਸਹਾਰੇ ਆ, ਕਿਹਦੀ ਓਟ ਦਾ ਸਦਕਾ? ਗੁਰੂ ਗ੍ਰੰਥ ਸਾਹਿਬ ਜੀ। ਗੁਰਬਾਣੀ ਦੇ ਪਹਿਰੇ ਕਰਕੇ ਸਭ ਕੁਛ ਹੁੰਦਾ, ਹੋ ਰਿਹਾ। ਹੁਣ ਜੇ ਇੱਥੇ ਬਾਣੀ ਨਾ ਹੋਵੇ, ਮਹਾਰਾਜ ਦੇ ਸਰੂਪ ਨਾਲ ਹੁਣ ਕਿਹਨੇ ਆਉਣਾ, ਕਿਹਨੇ ਬਹਿਣਾ, ਕਿਹਨੇ ਮੱਥਾ ਟੇਕਣਾ ਜੀ, ਕਿਹੜਾ ਚੜਾਵਾ ਚੜ੍ਹਨਾ? ਇਹ ਸਭ ਕੁਛ ਗੁਰਬਾਣੀ ਦੇ ਕਰਕੇ ਹੀ ਹੋ ਰਿਹਾ, ਗੁਰੂ ਦੇ ਸਿਧਾਂਤ ਕਰਕੇ ਹੀ ਹੋ ਰਿਹਾ। ਫਿਰ ਉਹ ਗੁਰੂ ਦੇ ਸਿਧਾਂਤ ਨੂੰ ਅਪਣਾਈਏ ਵੀ ਸਹੀ, ਅਪਣਾਈਏ ਤਾਂ ਵੀ ਬਾਣੀ ਕਹਿੰਦੀ ਕੀ ਆ। ਭਾਵ ਗੁਰੂ ਦਾ ਸਿਧਾਂਤ, ਗੁਰੂ ਦੀ ਮਰਿਆਦਾ ਕੀ ਕਹਿੰਦੀ ਆ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜ਼ਰੂਰੀ ਆ। ਉਲੰਘਣਾ ਕਰਕੇ ਤੋਹੀਨ ਨਾ ਕਰੀਏ ਆਪਾਂ। ਭਾਵ ਟੀਚਰ ਪੜ੍ਹਾਉਂਦਾ ਹੈ, ਬੱਚਾ ਆਲੇ ਦੁਆਲੇ ਘੁੰਮਦਾ ਜਾਂ ਫਿਰੀ ਜਾਵੇ, ਕਦੇ ਅੰਦਰ ਚਲਾ ਗਿਆ ਕਮਰੇ ਦੇ, ਕਦੇ ਬਾਹਰ ਆ ਗਿਆ, ਕਦੇ ਪਾਣੀ ਪੀਣ ਲੰਘ ਗਿਆ, ਕਦੇ ਸੜਕ ਤੇ ਆ ਗਿਆ, ਕਦੇ ਘਰੇ ਆ ਗਿਆ, ਕਦੇ ਅੰਦਰ ਕਦੇ ਬਾਹਰ। ਕੁਛ ਉਹਦੇ ਪੱਲੇ ਪਊ ਜੀ, ਬੱਚੇ ਦੇ ਨਹੀਂ ਪੈਣਾ। ਪੜ੍ਹਨ ਜਾਊ ਜਦੋਂ। ਇਹੀ ਚੀਜ਼ ਇੱਥੇ ਲਾਗੂ ਹੁੰਦੀ ਹੈ। ਉਹ ਦੁਨਿਆਵੀ ਚੀਜ਼ਾਂ ਨੇ। ਬਹੁਤ ਤਾਂ ਕਰਵਾਉਂਦੇ ਵੀ ਬਿਨਾਂ ਬੈਠਣ ਤੋਂ ਸੁਣਨ ਤੋਂ ਗਿਆਨ ਨਹੀਂ ਪੈਦਾ ਹੋਣਾ, ਪਤਾ ਹੀ ਨਹੀਂ ਲੱਗਣਾ ਵੀ ਕੀ ਪੜ੍ਹਾਇਆ। ਇਸੇ ਤਰ੍ਹਾਂ ਇੱਥੇ ਸਿਧਾਂਤ ਜਿਹੜਾ ਨਾ ਬਹਿ ਕੇ ਸੁਣ ਕੇ ਪਤਾ ਲੱਗੂਗਾ। ਤਹੀਨ ਨਾ ਕਰੀਏ ਮਹਾਰਾਜ ਦੀ ਮਰਿਆਦਾ 'ਚ ਰਹੀਏ। ਪਹਿਲਾਂ ਦੋ ਗੱਲਾਂ ਦਾ ਧਿਆਨ ਸਾਨੂੰ ਅੰਦਰ ਜ਼ਰੂਰੀ ਹੈ। ਬਹੁਤ ਵਾਰ ਵਿਚਾਰਿਆ ਆਪਾਂ, ਸੰਗਤ 'ਚ ਬਹਿਣਾ ਕਿਵੇਂ ਆ ਤੇ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਮੁੱਖ ਰੱਖਣਾ, ਕਿਵੇਂ ਬੈਠਣਾ, ਉਹ ਸਭ ਕੁਛ ਜਵਾਬ ਜਿਹੜਾ ਨਾ ਗੁਰੂ ਦੇ ਚਰਨਾਂ 'ਚੋਂ, ਗੁਰੂ ਬਾਣੀ ਦੇ ਵਿੱਚੋਂ ਮਿਲਦਾ ਹੈ। ਪਰ ਆਪਾਂ ਸੁਣੀਏ ਸਹੀ ਮਨ ਕਰਕੇ। ਕਿਵੇਂ ਬਹਿਣਾ ਸੰਗਤ 'ਚ ਤੇ ਗੁਰੂ ਦਾ ਸਿਧਾਂਤ ਕੀ ਹੈ, ਗੁਰੂ ਦਾ ਅਦਬ ਸਤਿਕਾਰ ਮੁੱਖ ਰੱਖਣਾ। ਆਓ ਜੀ, ਰਹਿੰਦਿਆਂ ਵਿਚਾਰਾਂ ਆਪਾਂ ਅੱਗੇ ਵਿਚਾਰਾਂਗੇ। ਗੁਰੂ ਦਾ ਗਿਆਨ ਐਸਾ ਹੈ ਜਿਹਦੇ ਨਾਲ ਸਾਡਾ ਲੋਕ ਪ੍ਰਲੋਕ ਸਵਰ ਜਾਣਾ ਹੈ। ਲੋਕ ਪ੍ਰਲੋਕ ਸਹੇਲਾ ਹੋ ਜਾਣਾ ਜੀ। ਕਿ ਗੁਰੂ ਦੀ ਬਾਣੀ ਐਸੀ ਫਿਰ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਮਹਾਰਾਜ ਦੀ ਸਾਡੇ ਨਾਲ ਅੰਗ ਸੰਗ। ਆ ਗੁਰਬਾਣੀ ਚਲੋ ਜਦੋਂ ਮਰਨਾ ਸਭ ਨਹੀਂ ਆ, ਜਦੋਂ ਬੰਦਾ ਮਰ ਜਾਂਦਾ ਹੈ ਬਾਅਦ ਵਿੱਚ ਬਾਣੀ ਤਾਂ ਹੀ ਨਾਲ ਭੇਜੀ ਜਾਂਦੀ ਆ ਕਿ ਕੁਛ ਮਹਾਰਾਜ ਇਹਦੇ ਕਰਮਾਂ 'ਚ ਰਹਿਤ ਵਰਤ ਦੇਣ। ਉਹ ਵੀ ਤਾਂ ਹੋ ਜੇ ਰਹਿੰਦੀ ਜ਼ਿੰਦਗੀ ਤੱਕ, ਰਹਿੰਦੀ ਜ਼ਿੰਦਗੀ 'ਚ ਕੁਛ ਕਰਿਆ ਹੋਏਗਾ ਤਾਂ ਗੁਰਬਾਣੀ ਦਾ ਸਿਧਾਂਤ ਅੱਗੇ ਕੰਮ ਕਰੇ। ਹੁਣ ਜਿਹਨੇ ਕਦੇ ਮਨ ਲਾ ਕੇ ਸਮਾਂ ਰਹਿੰਦੇ ਜੀਵਨ ਚੱਲਦੇ ਕੁਛ ਕੀਤੇ ਹੀ ਨਹੀਂ, ਅੰਤ ਵੇਲੇ ਕਿਆ ਹੋਣਾ। ਗੁਰੂ ਸਾਡੇ ਸਮਰੱਥ ਨੇ, ਇੱਥੇ ਵੀ ਸਾਥ ਨਿਭਾਉਂਦੇ ਆ ਜੀ, ਉੱਥੇ ਵੀ। ਤਾਂ ਹੀ ਮਹਾਰਾਜ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਉਹਦਾ ਹੱਥ ਸਿਰ ਤੇ ਹੁੰਦਾ ਨਾ, ਸਮਰੱਥ ਹੈ ਗੁਰੂ ਸਾਡਾ, ਇੱਥੇ ਵੀ ਸਾਥ ਨਿਭਾਉਂਦਾ ਹੈ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ, ਤਾਂ ਕਿਰਪਾ ਹੁੰਦੀ ਹੈ। ਆਓ ਜੀ, ਭੁੱਲਾਂ ਤੋਂ ਖਿਮਾ ਗੁਰਬਾਣੀ ਦੇ ਸਿਧਾਂਤ ਨੂੰ ਅਪਣਾਈਏ। ਕੇਵਲ ਗੇੜੇ ਦੇਣ ਤੱਕ, ਮੱਥੇ ਟੇਕਣ ਤੱਕ, ਦਸਵੰਧ ਦੇਣ ਤੱਕ ਹੀ ਸੀਮਤ ਨਾ ਰਹੀਏ। ਗੁਰਸਿੱਖੀ ਗੁਰੂ ਦੇ ਸਿਧਾਂਤ ਨੂੰ ਅਪਣਾਉਣ ਦੀ ਹੈ। ਆ ਗੁਰੂ ਦਾ ਸਤਿਕਾਰ ਜ਼ਰੂਰੀ ਹੈ ਸਾਡੇ ਅੰਦਰ, ਤਾਂ ਕਿਤੇ ਜਾ ਕੇ ਗੱਲ ਬਣੇਗੀ। ਨਹੀਂ ਦੁਨੀਆ ਆ ਰਹੀ ਹੈ, ਦੁਨੀਆ ਜਾ ਰਹੀ ਹੈ, ਆਪਾਂ ਵੀ ਚਲੋ ਸਮੇਂ ਸਮੇਂ ਦੀ ਖੇਡ ਹੈ ਜੀ। ਅੱਜ ਤਾਕਤ ਹੈ, ਅੱਜ ਜਵਾਨੀ ਹੈ, ਕੱਲ ਨੂੰ ਨਹੀਂ ਹੋਏਗੀ। ਅੱਜ ਪੈਸਾ ਹੈ, ਕੱਲ ਨੂੰ ਨਹੀਂ ਹੋਏਗਾ। ਪਹਿਲਾਂ ਨਹੀਂ ਸੀਗਾ, ਅੱਜ ਹੈਗਾ, ਕੱਲ ਨੂੰ ਨਹੀਂ ਹੋਏਗਾ। ਉਹ ਧਨ ਇਕੱਠਾ ਕਰੀਏ ਜਿਹਦੇ ਨਾਲ ਇਹ ਧਨ ਅਖੁੱਟ ਨਾ ਖੁੱਟੇ, ਨਾ ਅਖੁੱਟ ਨਾ ਨਖੁੱਟੇ, ਨਾ ਜਾਏ ਪੂਰੇ ਸਤਿਗੁਰ ਦੀ ਅਦ ਖਾਏ। ਜਿਹੜਾ ਪੂਰੇ ਗੁਰੂ ਤੋਂ ਮਿਲਣਾ, ਇਹ ਧਨ ਐਸਾ ਨਾ ਗਵਾਚਿਆ ਜਾਂਦਾ, ਨਾ ਕੋਈ ਖੋ ਸਕਦਾ, ਨਾ ਇਹ ਖਤਮ ਹੁੰਦਾ, ਨਾ ਇਹ ਨਸ਼ਟ ਹੁੰਦਾ, ਵੱਧਦਾ।
ਖਾਵੇ ਖਰਚੈ ਰਲ ਮਿਲ ਭਾਈ, ਟੋਟ ਨਾ ਆਵੇ ਵਾਦ ਹੋ ਜਾਈ। ਆਓ ਜੀ ਰਲ ਮਿਲ ਕਰਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀ। ਨਾਲ ਹੋਰ ਇੱਕ ਬੇਨਤੀ ਆ, ਪਿੱਛੇ ਜੇ ਨਾ ਵੜ ਕੇ ਬੈਠਿਆ ਕਰੋ, ਅੱਗੇ ਅੱਗੇ ਕਿੰਨੀ ਥਾਂ ਪਈ ਹੁੰਦੀ ਆ, ਅਰਦਾਸ ਹੁੰਦੀ ਹੈ, ਹੁਕਮਨਾਮਾ ਹੁੰਦਾ, ਵਿੱਚ ਵਿੱਚ ਨੂੰ ਵੜ ਕੇ ਬੈਠੀ ਜਾਂਦੇ ਆ, ਉਹ ਡਿਸਟਰਬਿੰਗ ਹੁੰਦੀ ਹੈ ਸਾਰੀ ਸੰਗਤ ਨੂੰ। ਅੱਗੇ ਥਾਂ ਹੁੰਦੀ ਹੈ, ਪਿੱਛੇ ਫਿਰ ਉੱਧਰੋਂ ਕਈ ਵਾਰ ਹੁਣ ਐਨ ਉੱਧਰ ਦੀ ਜਾ ਕੇ ਸਿਰੇ 'ਤੇ ਆ ਕੇ ਉੱਧਰਲੇ ਪਰਲੇ ਪਾਸੇ ਬੈਠਣਗੇ, ਪਿੱਛੋਂ ਦੀ ਅੱਗੋਂ ਦੀ ਥਾਂ ਹੈਗੀ ਆ, ਅੱਗੇ ਦੀ ਬਹਿ ਜਾ ਕਰੋ, ਆ ਕੇ ਅੱਗੇ ਹੋ ਕੇ ਬੈਠਿਆ ਕਰ। ਉੱਥੇ ਕਿਹੜਾ ਕਲਾਸਾਂ ਵਾਲਾ ਕੰਮ ਕਰਨ ਲੱਗ ਜਾਂਦਾ ਆਪਾਂ, ਜਿਵੇਂ ਪਹਿਲਾਂ ਬੱਚੇ ਪੜ੍ਹਦੇ ਸੀ ਨਾ, ਪਿੱਛੇ ਪਿੱਛੇ ਬੈਠੀ ਜਾਂਦੇ, ਉਹ ਤੋਂ ਪਿੱਛੇ ਵੀ ਟੀਚਰ ਮੈਨੂੰ ਨਾ ਠਾਲੋ ਤਾਂ ਪਿੱਛੋਂ ਵੀ ਠਾਲ ਲਓ, ਪਰ ਇੱਥੇ ਠਾਲ ਉੱਠਣ ਵਾਲੀ ਕੋਈ ਗੱਲ ਨਹੀਂ ਗੀ। ਇਸ ਕਰਕੇ ਡਿਸਟਰਬਿੰਗ ਨਾ ਹੋਵੇ ਇੱਕ ਦੂਜੇ ਨੇ। ਆਓ ਰਲ ਮਿਲ ਕਰਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।